Good morning, grade 6th. I hope you all are well and fit and fine at your home. Class, today we are going to start second term. So, class, before going to start this chapter, I will tell you some points. Students, आप सब ने जो अपनी नोटबुक है वो न्यू लगानी है। सो बच्चे, आपकी जो टर्म फर्स्ट की नोटबुक है उसे आप रिवीजन नोटबुक के लिए रख सकते हो, रिवाइज कर सकते हो उसको। ठीक है, रिवाइज काम आप जो है पुरानी नोटबुक पे, बट जो अभी हम काम करेंगे वो सारा आपने न्यू नोटबुक पे करना है। सो लेट स्टार्ट द चैप्टर स्वार्थी दानव। ਬੱਚੇ, ਸਵਾਰਥੀ ਦਾਨਵ, ਜਦੋਂ ਹੀ ਅਸੀਂ ਸਵਾਰਥੀ ਦਾਨਵ ਦੇ ਬਾਰੇ ਪੜ੍ਹਦੇ ਹਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਵਿਚਾਰ ਉਤਪੰਨ ਹੋ ਜਾਂਦੇ ਨੇ ਕਿ ਸਵਾਰਥੀ ਦਾਨਵ ਹੈ ਕੀ। ਸਭ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਸਵਾਰਥੀ ਦਾ ਮਤਲਬ ਕਲੀਅਰ ਕਰ ਦੇਣਾ ਚਾਹੁੰਦੀ ਹਾਂ। ਸਵਾਰਥੀ ਭਾਵ ਬੱਚੇ ਸੈਲਫਿਸ਼, ਸਿਰਫ ਆਪਣੇ ਬਾਰੇ ਸੋਚਣ ਵਾਲਾ ਵਿਅਕਤੀ ਉਹਨੂੰ ਸਵਾਰਥੀ ਕਹਿੰਦੇ ਹਨ। ਤੇ ਦਾਨਵ ਦੈਂਤਾਂ ਦਾ ਰੂਪ ਹੁੰਦਾ ਹੈ। ਠੀਕ ਹੈ, ਲਾਈਕ ਅ ਰਾਖਸ਼ਸ ਜਿੱਦਾਂ ਕਹਿੰਦੇ ਨਾ, ਉਸੇ ਤਰ੍ਹਾਂ ਦੇ ਹੁੰਦੇ ਨੇ। ਵੱਡੇ ਵੱਡੇ ਹੁੰਦੇ ਨੇ, ਹੱਥ ਪੈਰ ਇਹਨਾਂ ਦੇ ਵੱਡੇ ਵੱਡੇ ਤੇ ਡਰਾਵਨੀ ਸ਼ਕਲ। ਇਸ ਚੈਪਟਰ ਦੇ ਵਿੱਚ ਬੱਚੇ ਦਾਨਵ ਹੈ, ਉਸ ਦਾਨਵ ਦੇ ਕੋਲ ਇੱਕ ਬਗੀਚਾ ਹੈ। ਉਸ ਬਗੀਚੇ ਦੇ ਅੰਦਰ ਬੱਚੇ ਖੇਡਣ ਆਉਂਦੇ ਹਨ, ਪਰ ਕਿਉਂਕਿ ਦਾਨਵ ਉਸ ਬਗੀਚੇ ਵਿੱਚ ਰਹਿੰਦਾ ਨਹੀਂ, ਪਰੰਤੂ ਕੁਝ ਸਮਾਂ ਪਾ ਕੇ ਦਾਨਵ ਉਸ ਬਗੀਚੇ ਵਿੱਚ ਆਉਂਦਾ ਹੈ ਤਾਂ ਦਾਨਵ ਉੱਥੋਂ ਸਾਰੇ ਬੱਚਿਆਂ ਨੂੰ ਭਜਾ ਦਿੰਦਾ ਹੈ ਤੇ ਬੱਚੇ ਉਸ ਤੋਂ ਬਾਅਦ ਬਹੁਤ ਉਦਾਸ ਹੁੰਦੇ ਹਨ। ਆਓ ਪੜ੍ਹੀਏ ਇਸ ਚੈਪਟਰ ਦੇ ਵਿੱਚ ਕੀ ਹੈ। ਸਕੂਲੋਂ ਆਉਣ ਵੇਲੇ ਰੋਜ਼ ਸ਼ਾਮ ਨੂੰ ਬੱਚੇ ਉਸ ਦਾਨਵ ਦੇ ਬਾਗ ਵਿੱਚ ਜਾ ਕੇ ਖੇਡਿਆ ਕਰਦੇ। ਬਾਗ ਬਹੁਤ ਸੁੰਦਰ ਸੀ, ਮਖਮਲੀ ਘਾਹ ਵਾਲਾ। ਘਾਹ ਵਿੱਚ ਥਾਂ ਥਾਂ ਤਾਰਿਆਂ ਦੀ ਤਰ੍ਹਾਂ ਰੰਗ ਬਿਰੰਗੇ ਫੁੱਲ ਜੜੇ ਹੋਏ ਸਨ। ਉਸ ਵਿੱਚ 12 ਆੜੂਆਂ ਦੇ ਦਰਖਤ ਵੀ ਸਨ, ਜਿਨ੍ਹਾਂ ਤੇ ਬਸੰਤ ਰੁੱਤ ਵਿੱਚ ਗੁਲਾਬੀ ਡੋਡੀਆਂ ਲੱਗਦੀਆਂ ਤੇ ਪਤਝੜ ਵਿੱਚ ਰਸਦਾਰ ਫਲ। ਟਹਿਣੀਆਂ ਤੇ ਬੈਠ ਕੇ ਚਿੜੀਆਂ ਇੰਨਾ ਮਿੱਠਾ ਤੇ ਸੁਰੀਲਾ ਗਾਉਂਦੀਆਂ ਕਿ ਬੱਚੇ ਆਪਣਾ ਖੇਡ ਰੋਕ ਕੇ ਉਸ ਨੂੰ ਸੁਣਨ ਲੱਗ ਜਾਂਦੇ। ਇੱਕ ਦਿਨ ਦਾਨਵ ਵਿਦੇਸ਼ ਤੋਂ ਪਰਤ ਆਇਆ। ਉਹ ਆਪਣੇ ਦੋ ਮਿੱਤਰ ਕਾਰਨਸ਼ ਨੂੰ ਮਿਲਣ ਗਿਆ ਸੀ। ਉਹ ਉੱਥੇ 7 ਸਾਲ ਰੁਕਿਆ ਰਿਹਾ। 7 ਸਾਲ ਤੱਕ ਗੱਲਾਂ ਕਰਦੇ ਰਹਿਣ ਦੇ ਬਾਅਦ ਆਖਰ ਉਸ ਦੀਆਂ ਗੱਲਾਂ ਖਤਮ ਹੋ ਗਈਆਂ। ਉਹ ਆਪਣੇ ਘਰ ਵਾਪਸ ਪਰਤ ਆਇਆ। ਜਦੋਂ ਉਹ ਘਰ ਪਹੁੰਚਿਆ ਤੇ ਉਸਨੇ ਬਾਗ ਵਿੱਚ ਬੱਚਿਆਂ ਨੂੰ ਉੱਦਮ ਮਚਾਉਂਦੇ ਹੋਏ ਦੇਖਿਆ। ਉੱਦਮ ਭਾਵ ਰੌਲਾ ਪਾਉਂਦੇ ਹੋਏ ਦੇਖਿਆ ਤੇ ਉਹਨੇ ਕਿਹਾ, ਓਏ ਬਦਮਾਸ਼ੋ, ਤੁਸੀਂ ਇੱਥੇ ਕੀ ਕਰ ਰਹੇ ਹੋ? ਉਸਨੇ ਚਿੰਗਾੜ ਕੇ ਪੁੱਛਿਆ, ਮੀਨਸ ਉੱਚੀ ਆਵਾਜ਼ ਕਰਕੇ। ਬੱਚੇ ਡਰ ਕੇ ਉੱਥੋਂ ਭੱਜਣ ਲੱਗੇ। ਇਹ ਮੇਰਾ ਬਾਗ ਹੈ ਤੇ ਮੇਰਾ ਬਾਗ ਸਿਰਫ ਮੇਰਾ ਹੀ ਹੈ, ਇੱਥੇ ਕੋਈ ਨਹੀਂ ਆ ਸਕਦਾ। ਕੋਈ ਬੇਵਕੂਫ ਵੀ ਇਸ ਗੱਲ ਨੂੰ ਸਮਝ ਸਕਦਾ ਹੈ। ਬੱਚੇ ਅੰਦਰ ਨਾ ਆ ਸਕਣ, ਇਸ ਲਈ ਉਸ ਨੇ ਬਾਗ ਦੇ ਦੁਆਲੇ ਇੱਕ ਉੱਚੀ ਜਿਹੀ ਕੰਧ ਕਰਵਾ ਦਿੱਤੀ। ਬਾਗ ਇੱਕ ਤਖਤੀ ਵੀ ਲਟਕਾ ਦਿੱਤੀ, ਜਿਸ ਉੱਤੇ ਲਿਖਿਆ ਸੀ, ਇਹ ਰਸਤਾ ਆਮ ਨਹੀਂ ਹੈ, ਅੰਦਰ ਆਉਣ ਵਾਲੇ ਦੰਡ ਭੁਗਤਣਾ ਪਵੇਗਾ। ਦਾਨਵ ਬਹੁਤ ਸਵਾਰਥੀ ਸੀ। ਹੁਣ ਵਿਚਾਰੇ ਬੱਚਿਆਂ ਕੋਲ ਖੇਡਣ ਲਈ ਕੋਈ ਥਾਂ ਨਹੀਂ ਰਹਿ ਗਈ। ਉਹ ਸੜਕ ਉੱਤੇ ਖੇਡਣ ਦੀ ਕੋਸ਼ਿਸ਼ ਕਰਦੇ, ਪਰ ਸੜਕ ਉਤਲੇ ਨੁਕੀਲੇ ਪੱਥਰ ਉਹਨਾਂ ਦੇ ਪੈਰਾਂ 'ਚ ਚੁੱਭ ਜਾਂਦੇ। ਜਦੋਂ ਉਹਨਾਂ ਨੂੰ ਸਕੂਲੋਂ ਛੁੱਟੀ ਹੋ ਜਾਂਦੀ ਤਾਂ ਉਹ ਉਸ ਉੱਚੀ ਦੀਵਾਰ ਦੁਆਲੇ ਚੱਕਰ ਲਾਉਂਦੇ ਤਾਂ ਕਹਿੰਦੇ ਕਿ ਅਸੀਂ ਇਸ ਬਾਗ ਦੇ ਅੰਦਰ ਕਿੰਨੇ ਖੁਸ਼ ਸਾਂ। ਜਦੋਂ ਬਸੰਤ ਦੀ ਰੁੱਤ ਆਈ ਤਾਂ ਸਾਰੇ ਬਾਗਾਂ ਵਿੱਚ ਛੋਟੀਆਂ ਛੋਟੀਆਂ ਚਿੜੀਆਂ ਚਹਿਕਣ ਲੱਗੀਆਂ ਤੇ ਨਵੇਂ ਟੁੱਸੇ ਫੁੱਟਣ ਲੱਗੇ। ਪਰ ਇਸ ਦਾਨਵ ਦੇ ਬਾਗ ਵਿੱਚ ਅਜੇ ਸਿਆਲ ਸੀ।
ਬਾਗ ਵਿੱਚ ਕੋਈ ਬੱਚੇ ਨਹੀਂ ਸਨ, ਇਸ ਲਈ ਚਿੜੀਆਂ ਗਾਉਣ ਲਈ ਇੱਛੁਕ ਨਹੀਂ ਸਨ। ਦਰਖਤ ਵੀ ਵਧਣਾ ਫੁੱਲਣਾ ਭੁੱਲ ਗਏ ਸਨ। ਇੱਕ ਵਾਰੀ ਇੱਕ ਫੁੱਲ ਨੇ ਘਾਹ ਚੋਂ ਸਿਰ ਕੱਢ ਕੇ ਉੱਪਰ ਚੱਕਿਆ, ਪਰ ਜਦੋਂ ਉਸਨੇ ਇੱਕ ਤਖਤੀ ਵੇਖੀ ਤਾਂ ਉਸਨੂੰ ਇੰਨਾ ਦੁੱਖ ਹੋਇਆ ਕਿ ਉਹ ਸ਼ਬਨਮ ਦੇ ਹੰਝੂ ਕੀਰਦਾ ਹੋਇਆ ਫਿਰ ਜ਼ਮੀਨ ਤੇ ਸੌਣ ਚਲਾ ਗਿਆ। ਹਾਂ, ਬਰਫ਼ ਤੇ ਪਾਲਾ ਬੇਹੱਦ ਖੁਸ਼ ਸਨ। ਉਹਨਾਂ ਕਿਹਾ ਕਿ ਬਸੰਤ ਸ਼ਾਇਦ ਇਸ ਬਾਗ ਵਿੱਚ ਆਉਣਾ ਭੁੱਲ ਗਈ। ਹੁਣ ਤਾਂ ਸਾਰਾ ਸਾਲ ਇਸ ਬਾਗ ਵਿੱਚ ਸਾਡਾ ਰਾਜ ਰਹੇਗਾ। ਘਾਹ ਉੱਤੇ ਬਰਫ਼ ਦੀ ਚਾਦਰ ਵਿਛੀ ਹੋਈ ਸੀ। ਸਾਰੇ ਦਰਖਤ ਰੁੰਡ ਮੁੰਡ ਪਏ ਸਨ। ਪਾਲੇ ਨੇ ਬਰਫੀਲੀ ਹਨੇਰੀ ਨੂੰ ਵੀ ਬਾਗ ਵਿੱਚ ਰਹਿਣ ਲਈ ਬੁਲਾ ਲਿਆ ਅਤੇ ਉਹ ਵੀ ਉੱਥੇ ਆ ਗਈਆਂ। ਵਾਹ, ਕਿੰਨੀ ਚੰਗੀ ਥਾਂ ਹੈ, ਹਨੇਰੀ ਨੇ ਕਿਹਾ। ਜੇਕਰ ਇੱਥੇ ਗੜਿਆਂ ਨੂੰ ਵੀ ਸੱਦ ਲਿਆ ਜਾਵੇ ਤਾਂ ਕਿਵੇਂ ਰਹੇਗਾ। ਤੇ ਗੜੇ ਵੀ ਆ ਪਹੁੰਚੇ। ਪਤਾ ਨਹੀਂ ਅਜੇ ਤੱਕ ਬਸੰਤ ਕਿਉਂ ਨਹੀਂ ਆਈ, ਸਵਾਰਥੀ ਦਾਨਵ ਨੇ ਸੋਚਿਆ। ਉਸ ਨੇ ਬਾਗ ਵਿੱਚ ਖੁੱਲ੍ਹਦੀ ਖਿੜਕੀ ਚੋਂ ਬਾਹਰ ਝਾਕਦੇ ਹੋਏ ਕਿਹਾ, ਹੁਣ ਤੱਕ ਤਾਂ ਮੌਸਮ ਬਦਲਣਾ ਚਾਹੀਦਾ ਹੈ, ਪਰ ਬਸੰਤ ਨਹੀਂ ਆਈ ਅਤੇ ਨਾ ਹੀ ਗਰਮੀ। ਪਤਝੜ ਦੇ ਰੁੱਤੇ ਹਰ ਬਾਗ ਵਿੱਚ ਸੁਨਹਿਰੀ ਫਲ ਲਮਕਣ ਲੱਗੇ, ਪਰ ਦਾਨਵ ਦੇ ਬਾਗ ਵਿੱਚ ਰੁੱਖਾਂ ਦੀਆਂ ਟਹਿਣੀਆਂ ਖਾਲੀ ਸਨ। ਉਹ ਬਹੁਤ ਸਵਾਰਥੀ ਹੈ, ਪਤਝੜ ਨੇ ਕਿਹਾ। ਇਸ ਤਰ੍ਹਾਂ ਉੱਥੇ ਹਮੇਸ਼ਾ ਸਿਆਲ ਹੀ ਰਿਹਾ। ਹਨੇਰੀ, ਬਰਫ਼ ਅਤੇ ਗੜਿਆਂ ਦੇ ਨਾਲ ਕੋਹਰਾ ਬਰਾਬਰ ਛਾਇਆ ਰਿਹਾ। ਇੱਕ ਦਿਨ ਸਵੇਰੇ ਦਾਨਵ ਨੂੰ ਆਪਣੇ ਕਮਰੇ ਦੇ ਬਾਹਰੋਂ ਇੱਕ ਆਕਰਸ਼ਕ ਸੰਗੀਤ ਸੁਣਾਈ ਦਿੱਤਾ। ਇਸ ਦੀ ਧੁਨ ਇੰਨੀ ਮਿੱਠੀ ਸੀ ਕਿ ਉਸਨੇ ਸੋਚਿਆ ਕਿ ਸ਼ਾਇਦ ਰਾਜੇ ਦੇ ਬਾਜੇ ਵਾਲੇ ਇੱਧਰੋਂ ਗੀਤ ਗਾਉਂਦੇ ਹੋਏ ਨਿਕਲ ਰਹੇ ਸਨ, ਪਰ ਅਸਲ ਵਿੱਚ ਉਸਦੀ ਖਿੜਕੀ ਕੋਲ ਇੱਕ ਰੁੱਖ ਦੀ ਟਹਿਣੀ ਉੱਤੇ ਬੈਠੀ ਇੱਕ ਚਿੜੀ ਗੀਤ ਗਾ ਰਹੀ ਸੀ। ਕਿਸੇ ਵੀ ਪੰਛੀ ਦੇ ਗੀਤ ਨੂੰ ਸੁਣਿਆ ਉਸ ਨੂੰ ਇੰਨੇ ਦਿਨ ਗੁਜ਼ਰ ਗਏ ਸੀ ਕਿ ਉਹ ਉਸ ਨੂੰ ਸਵਰਗੀ ਗੀਤ ਸਮਝ ਰਿਹਾ ਸੀ। ਲੱਗਦਾ ਹੈ ਬਸੰਤ ਆ ਗਈ ਹੈ, ਦਾਨਵ ਨੇ ਖੁਸ਼ ਹੁੰਦਿਆਂ ਕਿਹਾ ਅਤੇ ਆਪਣੇ ਬਿਸਤਰੇ ਤੋਂ ਉਛਲ ਕੇ ਬਾਹਰ ਝੁਕਣ ਲੱਗਾ। ਉਸਨੇ ਇੱਕ ਅਦਭੁਤ ਦ੍ਰਿਸ਼ ਵੇਖਿਆ। ਕੰਧ ਵਿਚਾਲੇ ਇੱਕ ਮੋਗੇ ਵਿੱਚੋਂ ਬੱਚੇ ਬਾਗ ਅੰਦਰ ਵੜ ਆਏ ਅਤੇ ਦਰਖਤ ਦੀਆਂ ਟਹਿਣੀਆਂ ਉੱਤੇ ਬੈਠੇ ਹੋਏ ਸਨ। ਦਰਖਤ ਬੱਚਿਆਂ ਦੇ ਸਵਾਗਤ 'ਚ ਇੰਨੇ ਖੁਸ਼ ਸਨ ਕਿ ਉਹਨਾਂ ਨੇ ਆਪਣੇ ਆਪ ਨੂੰ ਫੁੱਲਾਂ ਨਾਲ ਲੱਦ ਲਿਆ ਅਤੇ ਲਹਿਰਾਉਣ ਲੱਗੇ। ਚਿੜੀਆਂ ਖੁਸ਼ੀ ਨਾਲ ਫੁਦਕ ਕੇ ਗੀਤ ਗਾ ਰਹੀਆਂ ਸਨ ਅਤੇ ਫੁੱਲ ਘਾਹ ਵਿੱਚੋਂ ਝਾਤੀਆਂ ਮਾਰ ਹੱਸ ਰਹੇ ਸਨ। ਬਾਗ ਦੇ ਇੱਕ ਖੂੰਜੇ ਵਿੱਚ ਅਜੇ ਵੀ ਸਿਆਲ ਹੀ ਸੀ। ਉੱਥੇ ਇੱਕ ਛੋਟਾ ਜਿਹਾ ਬੱਚਾ ਖੜਾ ਸੀ। ਉਹ ਇੰਨਾ ਛੋਟਾ ਸੀ ਕਿ ਉਸ ਕੋਲ ਰੁੱਖ ਦੀ ਟਹਿਣੀ 'ਤੇ ਪਹੁੰਚਿਆ ਨਹੀਂ ਜਾ ਗਿਆ, ਇਸ ਲਈ ਉਹ ਰੋਂਦਾ ਹੋਇਆ ਘੁੰਮ ਰਿਹਾ ਸੀ। ਇਹ ਦਰਖਤ ਅਜੇ ਵੀ ਬਰਫ਼ ਤੇ ਕੋਹਰੇ ਨਾਲ ਢਕਿਆ ਹੋਇਆ ਸੀ। ਉਸ ਉੱਤੇ ਬਰਫੀਲੀ ਹਵਾ ਵੀ ਵਗ ਰਹੀ ਸੀ। ਪਿਆਰੇ ਬੱਚੇ, ਚੜ੍ਹ ਜਾ, ਦਰਖਤ ਨੇ ਕਿਹਾ ਅਤੇ ਆਪਣੀ ਟਹਿਣੀ ਵੀ ਝੁਕਾ ਦਿੱਤੀ, ਪਰ ਉਹ ਬੱਚਾ ਉਸ ਉੱਤੇ ਚੜ੍ਹਨ ਲਈ ਬਹੁਤ ਛੋਟਾ ਸੀ। ਇਹ ਦ੍ਰਿਸ਼ ਦੇਖ ਕੇ ਦਾਨਵ ਦਾ ਦਿਲ ਪਿਘਲ ਗਿਆ। ਮੈਂ ਕਿੰਨਾ ਸਵਾਰਥੀ ਹਾਂ, ਉਸ ਨੇ ਸੋਚਿਆ। ਇਹੋ ਕਾਰਨ ਸੀ ਕਿ ਹੁਣ ਤੀਕ ਮੇਰੇ ਬਾਗ ਵਿੱਚ ਬਸੰਤ ਨਹੀਂ ਆਈ। ਮੈਂ ਉਸ ਬੱਚੇ ਨੂੰ ਦਰਖਤ ਉੱਤੇ ਚੜ੍ਹਾਵਾਂਗਾ। ਇਹ ਕੰਧ ਵੀ ਤੁੜਵਾ ਦੇਵਾਂਗਾ। ਫਿਰ ਇਹ ਬਾਗ ਹਮੇਸ਼ਾ ਲਈ ਬੱਚਿਆਂ ਦਾ ਖੇਡ ਮੈਦਾਨ ਬਣ ਜਾਏਗਾ। ਉਹ ਹੇਠਾਂ ਉਤਰਿਆ ਅਤੇ ਦਰਵਾਜ਼ਾ ਖੋਲ੍ਹ ਕੇ ਬਾਗ ਵਿੱਚ ਪੁੱਜਿਆ। ਜਦੋਂ ਬੱਚਿਆਂ ਨੇ ਉਸ ਨੂੰ ਵੇਖਿਆ ਤਾਂ ਡਰ ਕੇ ਭੱਜੇ ਅਤੇ ਬਾਗ ਵਿੱਚ ਫਿਰ ਸਿਆਲ ਛਾ ਗਿਆ। ਪਰ ਉਸ ਛੋਟੇ ਬੱਚੇ ਦੀਆਂ ਅੱਖਾਂ ਵਿੱਚ ਅੱਥਰੂ ਭਰੇ ਸਨ ਅਤੇ ਉਹ ਦਾਨਵ ਦਾ ਆਉਣਾ ਵੇਖ ਨਾ ਸਕਿਆ। ਦਾਨਵ ਚੁੱਪਚਾਪ ਪਿੱਛੋਂ ਗਿਆ, ਮਲਕ ਨਾਲ ਹੌਲੀ ਜਿਹੀ।
ਉਸ ਨੂੰ ਚੁੱਕਿਆ ਅਤੇ ਦਰਖਤ ਉੱਤੇ ਬਿਠਾ ਦਿੱਤਾ। ਦਰਖਤ 'ਤੇ ਝਟਪਟ ਕਲੀਆਂ ਫੁੱਟ ਨਿਕਲੀਆਂ, ਚਿੜੀਆਂ ਪਰਤ ਆਈਆਂ ਅਤੇ ਗਾਉਣ ਲੱਗੀਆਂ। ਉਸ ਬੱਚੇ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਫੈਲਾ ਕੇ ਦਾਨਵ ਨੂੰ ਗਲਵੱਕੜੀ ਪਾ ਲਈ ਅਤੇ ਉਸ ਨੂੰ ਚੁੰਮ ਲਿਆ। ਦੂਜੇ ਬੱਚਿਆਂ ਨੇ ਵੀ ਇਹ ਦ੍ਰਿਸ਼ ਵੇਖਿਆ। ਜਦੋਂ ਉਹਨਾਂ ਨੇ ਜਾਣਿਆ ਕਿ ਦਾਨਵ ਹੁਣ ਕਠੋਰ ਨਹੀਂ ਰਿਹਾ, ਉਹ ਵੀ ਮੁੜ ਬਾਗ ਵਿੱਚ ਆ ਗਏ। ਉਹਨਾਂ ਦੇ ਨਾਲ ਨਾਲ ਬਸੰਤ ਦਾ ਮਾਹੌਲ ਵੀ ਪਰਤ ਆਇਆ। ਬੱਚਿਓ, ਹੁਣ ਇਹ ਬਾਗ ਤੁਹਾਡਾ ਹੈ, ਦਾਨਵ ਨੇ ਕਿਹਾ। ਉਸ ਨੇ ਫੁਹਾੜਾ ਲੈ ਕੇ ਉਹ ਕੰਧ ਢਾਹ ਦਿੱਤੀ। ਦਿਨ ਭਰ ਬੱਚੇ ਉੱਥੇ ਖੇਡਦੇ ਰਹੇ ਅਤੇ ਸ਼ਾਮ ਹੋਣ ਵੇਲੇ ਉਹ ਦਾਨਵ ਤੋਂ ਵਿਦਾ ਲੈ ਆਏ। ਪਰ ਤੁਹਾਡਾ ਉਹ ਨਿੱਕਾ ਸਾਥੀ ਕਿੱਥੇ ਹੈ? ਉਸ ਨੇ ਪੁੱਛਿਆ। ਉਹ ਜਿਸ ਦਰਖਤ 'ਤੇ ਬਿਠਾਇਆ ਸੀ। ਦਾਨਵ ਨੇ ਉਸ ਬੱਚੇ ਦੇ ਪਿਆਰ ਤੋਂ ਪ੍ਰਭਾਵਿਤ ਹੋਇਆ। ਸ਼ਾਇਦ ਉਹ ਪਹਿਲਾਂ ਹੀ ਚਲਾ ਗਿਆ ਸੀ। ਉਸ ਨੂੰ ਕਹਿਣਾ, ਕੱਲ੍ਹ ਆ ਕੇ ਮੇਰੇ ਨਾਲ ਜ਼ਰੂਰ ਖੇਡੇ। ਦਾਨਵ ਨੇ ਬੱਚਿਆਂ ਨੂੰ ਕਿਹਾ। ਅਸੀਂ ਉਸ ਨੂੰ ਨਹੀਂ ਜਾਣਦੇ, ਅੱਜ ਉਹ ਪਹਿਲੀ ਵਾਰ ਆਇਆ ਸੀ। ਦਾਨਵ ਇਹ ਸੁਣ ਕੇ ਬਹੁਤ ਦੁਖੀ ਹੋਇਆ। ਹਰ ਰੋਜ਼ ਸਕੂਲ ਤੋਂ ਬਾਅਦ ਬੱਚੇ ਆ ਕੇ ਦਾਨਵ ਨਾਲ ਖੇਡਦੇ, ਪਰ ਛੋਟਾ ਬੱਚਾ ਫਿਰ ਕਦੇ ਨਹੀਂ ਵਿਖਾਈ ਦਿੱਤਾ। ਉਹ ਸਾਰੇ ਬੱਚਿਆਂ ਨੂੰ ਪਿਆਰ ਕਰਦਾ, ਪਰ ਉਸ ਨਿੱਕੇ ਦੋਸਤ ਨੂੰ ਉਹ ਬਹੁਤ ਯਾਦ ਕਰਦਾ। ਵਰ੍ਹੇ ਗੁਜ਼ਰ ਗਏ ਸਨ ਅਤੇ ਉਹ ਦਾਨਵ ਬਹੁਤ ਬੁੱਢਾ ਹੋ ਗਿਆ। ਹੁਣ ਉਹ ਇੱਕ ਆਰਾਮ ਕੁਰਸੀ ਢਾਹ ਕੇ ਬਾਗ ਵਿੱਚ ਬੈਠ ਜਾਂਦਾ ਅਤੇ ਬੱਚਿਆਂ ਦੀਆਂ ਖੇਡਾਂ ਵੇਖਦਾ। ਮੇਰੇ ਬਾਗ ਵਿੱਚ ਇੰਨੇ ਸੋਹਣੇ ਸੋਹਣੇ ਫੁੱਲ ਹਨ, ਪਰ ਇਹ ਜਿਉਂਦੇ ਫੁੱਲ ਸਭ ਕੋਮਲ ਤੇ ਸੋਹਣੇ ਹਨ। ਇੱਕ ਸਿਆਲ ਦੀ ਸਵੇਰ ਉਸ ਨੇ ਆਪਣੀ ਖਿੜਕੀ ਬਾਹਰ ਵਿਚਿੱਤਰ ਦ੍ਰਿਸ਼ ਵੇਖਿਆ। ਹੈਰਾਨੀ ਨਾਲ ਅੱਖਾਂ ਮਲੀਆਂ। ਪਰ ਸਰ ਦੇ ਬਾਵਜੂਦ ਦੂਰੋਂ ਖੂੰਜੇ ਵਿੱਚ ਇੱਕ ਦਰਖਤ ਸਫੇਦ ਫੁੱਲਾਂ ਨਾਲ ਢਕਿਆ ਹੋਇਆ ਸੀ। ਉਸ ਦੀਆਂ ਟਹਿਣੀਆਂ ਸੋਨੇ ਦੀਆਂ ਸਨ ਅਤੇ ਉਸ ਦੀ ਚਾਦਰ ਚਾਂਦੀ ਦੇ ਫੁੱਲ ਲਟਕ ਰਹੇ ਸਨ। ਉਸ ਰੁੱਖ ਹੇਠਾਂ ਇੱਕ ਬੱਚਾ ਖੜਾ ਸੀ, ਉਸ ਦਾ ਉਹੀ ਨਿੱਕਾ ਦੋਸਤ। ਉਸ ਨੂੰ ਪਿਆਰ ਕਰਦਾ ਸੀ, ਬਹੁਤ ਯਾਦ ਕਰਦਾ ਸੀ। ਦਾਨਵ ਖੁਸ਼ੀ ਨਾਲ ਪਾਗਲ ਹੋ ਕੇ ਹੇਠਾਂ ਭੱਜਿਆ ਅਤੇ ਬੱਚੇ ਕੋਲ ਪੁੱਜਿਆ, ਪਰ ਉਸ ਦੇ ਕੋਲ ਆਪੜਿਆ ਤਾਂ ਗੁੱਸੇ ਨਾਲ ਚੀਕ ਉੱਠਿਆ। ਕਿਸੇ ਨੇ ਤੈਨੂੰ ਜ਼ਖਮੀ ਕਰਨ ਦੀ ਹਿੰਮਤ ਕੀਤੀ? ਉਸ ਬੱਚੇ ਦੀਆਂ ਹਥੇਲੀਆਂ ਤੇ ਪੈਰਾਂ ਤੇ ਕਿੱਲ ਠੁਕਣ ਨਾਲ ਕਰਾਸ ਦਾ ਨਿਸ਼ਾਨ ਬਣੇ ਹੋਏ ਸਨ। ਇਹ ਕਿਸ ਨੇ ਕੀਤਾ? ਦੱਸ, ਮੈਂ ਉਸ ਨੂੰ ਹੁਣੇ ਸਜ਼ਾ ਦੇਵਾਂਗਾ। ਨਹੀਂ, ਬੱਚੇ ਨੇ ਕਿਹਾ, ਇਹ ਪ੍ਰੇਮ ਦੇ ਜ਼ਖਮ ਹਨ। ਦਾਨਵ ਸ਼ਾਂਤ ਹੋ ਗਿਆ। ਗੋਡਿਆਂ ਭਾਰ ਬੈਠ ਕੇ ਉਸਨੇ ਨਿਮਰਤਾ ਨਾਲ ਪੁੱਛਿਆ, ਤੁਸੀਂ ਕੌਣ ਹੋ? ਬੱਚਾ ਹੱਸ ਕੇ ਬੋਲਿਆ, ਤੂੰ ਇਸ ਵਾਰ ਮੈਨੂੰ ਆਪਣੇ ਬਾਗ ਵਿੱਚ ਖੇਡਣ ਦਿੱਤਾ ਸੀ। ਤੂੰ ਅੱਜ ਮੇਰੇ ਨਾਲ ਮੇਰੇ ਬਾਗ ਵਿੱਚ ਚੱਲ। ਉਹ ਬਾਗ ਜਿਸ ਨੂੰ ਲੋਕ ਸਵਰਗ ਕਹਿੰਦੇ ਹਨ। ਜਦੋਂ ਦੁਪਹਿਰ ਨੂੰ ਬੱਚੇ ਆਏ, ਉਹਨਾਂ ਨੇ ਵੇਖਿਆ ਕਿ ਦਰਖਤ ਦੇ ਹੇਠਾਂ ਚਿੱਟੇ ਫੁੱਲਾਂ ਦੀ ਚਾਦਰ ਹੇਠਾਂ ਬੁੱਢਾ ਦਾਨਵ ਅਨੰਤ ਨੀਂਦ ਵਿੱਚ ਮਸਤ ਸੀ। ਭਾਵ ਉਸ ਦੀ ਮੌਤ ਹੋ ਗਈ ਸੀ। ਬੱਚੇ